ਜੇ ਤੁਸੀਂ ਦਸੂਹਾ ਸ਼ਹਿਰ ਦੇ ਰਹਿਣ ਵਾਲੇ ਹੋ ਤੇ ਸੋਸ਼ਲ ਮੀਡੀਆ ਤੇ ਸਿਰਫ ਸੋਹਣੀਆਂ ਤੇ ਚੰਗੀਆਂ ਚੀਜ਼ਾਂ ਦੇਖਣੀਆਂ ਪਸੰਦ ਕਰਦੇ ਹੋ ਤੇ ਇਹ ਵੀਡੀਓ ਤੁਹਾਡੇ ਵਾਸਤੇ ਨਹੀਂ ਹੈ, ਕਿਉਂਕਿ ਇਸ ਵੀਡੀਓ 'ਚ ਅਸੀਂ ਤੁਹਾਨੂੰ ਦਿਖਾਵਾਂਗੇ ਕੂੜਾ ਅਤੇ ਸਿਰਫ ਕੂੜਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਜ਼ਾਦ ਪੋਸਟ ਪੰਜਾਬੀ ਤੇ ਮੈਂ GS ਆਜ਼ਾਦ। तो दोस्तों ਅੱਜ ਮੈਂ ਜਿਸ ਜਗ੍ਹਾ ਦੇ ਉੱਤੇ ਖੜਾ ਆ ਇਹ ਹੈ ਦਸੂਹੇ ਸ਼ਹਿਰ ਦਾ ਡੰਪ, ਜਿੱਥੇ ਕਿ ਦਸੂਹੇ ਸ਼ਹਿਰ ਤੋਂ ਕੂੜਾ ਕਲੈਕਟ ਕਰਕੇ ਸੁੱਟਿਆ ਜਾਂਦਾ ਹੈ। ਉਹ ਕੂੜਾ ਜਿਹੜਾ ਕਿ ਸਾਡੇ ਘਰਾਂ ਚੋਂ, ਦੁਕਾਨਾਂ ਤੋਂ, ਰੇਹੜੀਆਂ ਤੋਂ ਥੋੜਾ ਕਲੈਕਟ ਕਰਕੇ ਲਿਆਂਦਾ ਜਾਂਦਾ ਸੀ, ਪਰ ਇੱਥੇ ਆ ਕੇ ਇੱਕ ਪਹਾੜ ਦਾ ਰੂਪ ਧਾਰਨ ਕਰ ਜਾਂਦਾ ਸੀ। ਉਸ ਤੋਂ ਬਾਅਦ ਨਗਰ ਕੌਂਸਲ ਦਸੂਹਾ ਦੁਆਰਾ ਇਸ ਕੂੜੇ ਦੇ ਪਹਾੜ ਨੂੰ ਘੱਟ ਕਰਨ ਵਾਸਤੇ ਅਕਸਰ ਇੱਥੇ ਅੱਗ ਲਗਾ ਦਿੱਤੀ ਜਾਂਦੀ ਸੀ, ਜਿਸ ਦਾ ਖਮਿਆਜ਼ਾ ਭੁਗਤਦੇ ਸਨ ਇੱਥੇ ਨਾਲ ਲੱਗਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ, ਇੱਥੇ ਨਾਲ ਲੱਗਦੇ ਪਿੰਡ ਧਰਮਪੁਰ, ਨਿਹਾਲਪੁਰ, ਖੇੜਾ ਕੋਟਲੀ ਤੇ ਗਰਨਾ ਸਾਹਿਬ ਤੱਕ ਵੀ ਇਸ ਧੂਏ ਦੀ ਮਾਰ ਜਿਹੜੀ ਆ ਲੋਕਾਂ ਨੂੰ ਝੱਲਣੀ ਪੈਂਦੀ ਸੀ। ਨਾਲ ਹੀ ਦੋਸਤੋ ਇੱਕ ਗੱਲ ਹੋਰ ਦੱਸਣੀ ਚਾਹਾਂਗਾ ਕਿ ਇੱਥੇ ਬਹੁਤ ਸਾਰੀਆਂ ਗਾਵਾਂ ਜਿਹੜੀਆਂ ਉਹ ਕੂੜੇ ਨੂੰ ਖਾਂਦੀਆਂ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਬਹੁਤ ਹੀ ਦਰਦਨਾਕ ਮੌਤ ਮਿਲਦੀ ਸੀ, ਕਿਉਂਕਿ ਜਿਸ ਵੇਲੇ ਉਹ ਲਿਫਾਫਾ ਖਾ ਲੈਂਦੀਆਂ ਸਨ ਤੇ ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਸੀ, ਜਿਸ ਤੋਂ ਬਾਅਦ ਉਹਨਾਂ ਦੀ ਜਾਨ ਤੜਪ ਕੇ ਨਿਕਲ ਜਾਂਦੀ ਸੀ। ਪਰ ਹੁਣ ਹਾਲ ਹੀ ਦੇ ਵਿੱਚ ਨਗਰ ਕੌਂਸਲ ਦਸੂਹਾ ਦੁਆਰਾ ਇੱਕ ਇਨੀਸ਼ੀਏਟਿਵ ਲਿਆ ਗਿਆ ਹੈ ਕਿ ਦਸੂਹਾ ਦਾ ਸਫਾਈ ਦਾ ਜ਼ਿੰਮਾ ਜਿਹੜਾ ਗ੍ਰੀਨ ਬ੍ਰਿਗੇਡ ਨੂੰ ਜਿਹੜਾ ਸੌਂਪਿਆ ਗਿਆ, ਜਿਹੜੀ ਘਰ ਆ ਕੇ ਕੂੜਾ ਕਲੈਕਟ ਕਰਦੀ ਹੈ ਤੇ ਉਸ ਕੂੜੇ ਦੀ ਸੈਗਰੀਗੇਸ਼ਨ ਵੀ ਕਰਦੀ ਹੈ, ਜਿਸ ਨਾਲ ਕੂੜਾ ਜਿਹੜਾ ਕੀ ਹੈ ਉਹ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਦੇਖਣ ਵਿੱਚ ਆਇਆ ਕਿ ਹਾਲ ਹੀ ਦੇ ਵਿੱਚ ਗ੍ਰੀਨ ਬ੍ਰਿਗੇਡ ਦੇ ਖਿਲਾਫ ਬਹੁਤ ਸਾਰੀਆਂ ਕੰਪਲੇਂਟਸ ਨਗਰ ਕੌਂਸਲ ਦਸੂਹਾ ਤੋਂ ਪਹੁੰਚੀਆਂ ਨੇ। ਸੋ ਉਹ ਕੰਪਲੇਂਟਸ ਕੀ ਨੇ ਤੇ ਉਹਨਾਂ ਦਾ ਹੱਲ ਕੀ ਹੈ, ਉਹ ਸਾਰੀ ਗੱਲਬਾਤ ਅਸੀਂ ਕਰਾਂਗੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਹੀ ਗ੍ਰੀਨ ਬ੍ਰਿਗੇਡ ਦੇ ਆਲਾ ਅਧਿਕਾਰੀਆਂ ਦੇ ਨਾਲ। ਆਖਿਰ ਇਸ ਕੂੜੇ ਦੇ ਪਹਾੜ ਨੂੰ ਘੱਟ ਕਿਵੇਂ ਕੀਤਾ ਜਾ ਸਕਦਾ ਹੈ। ਸਰ ਮੇਰਾ ਨਾਮ ਹੈ ਜੀ ਡਾਕਟਰ ਗਿਰੀਸ਼ ਸਪਰਾ ਤੇ ਮੈਂ PhD ਕੀਤੀ ਹੈ ਜੀ NIT ਜਲੰਧਰ ਤੋਂ। ਉਸ ਤੋਂ ਬਾਅਦ ਇੱਕ ਆਪਾਂ ਸੋਸ਼ਲ ਐਂਟਰਪ੍ਰੈਨਿਓਰ ਦੀ ਗੱਲ ਕਰਦੇ ਹਾਂ। ਸੋਸ਼ਲ ਐਂਟਰਪ੍ਰੈਨਿਓਰ ਉਹ ਕਹਿੰਦੇ ਹਾਂ ਜਿਹਨੂੰ ਆਪਾਂ ਇੱਕ ਸ਼ਹਿਰ ਦੀ ਸਮੱਸਿਆ ਜਾਂ ਦੇਸ਼ ਦੀ ਸਮੱਸਿਆ ਵੀ ਹੱਲ ਕਰਦੇ ਹਾਂ ਤੇ ਉਸ ਤੋਂ ਆਪਾਂ ਆਪਣੇ ਗੁਜ਼ਾਰੇ ਲਾਇਕ ਪੈਸੇ ਵੀ ਕਮਾਉਂਦੇ ਹਾਂ। ਤੇ ਆਪਣੇ ਦੇਸ਼ 'ਚ ਕਾਫੀ ਇਸ਼ੂ ਹੈਗੇ ਨੇ ਜਿਨ੍ਹਾਂ ਵਿੱਚੋਂ ਇੱਕ ਕੂੜਾ ਸਭ ਤੋਂ ਵੱਡੀ ਸਮੱਸਿਆ ਹੈ। ਆਪਾਂ ਜਿਹੜੇ ਵੀ ਸ਼ਹਿਰ ਚਲ ਜਾਈਏ, ਭਾਵੇਂ ਮੈਟਰੋ ਸਿਟੀ 'ਚ ਚਲ ਜਾਈਏ, ਉੱਥੇ ਕੂੜੇ ਦੇ ਪਹਾੜ ਦੇਖੇ ਜਾਂਦੇ ਨੇ। ਭਾਵੇਂ ਦੇਸ਼ 'ਚ ਲੱਖਾਂ ਹੀ ਕੰਪਨੀਆਂ ਕੰਮ ਕਰ ਰਹੀਆਂ ਨੇ ਇਸ ਦੇ ਰਿਗਾਰਡਿੰਗ, ਬਟ ਇੱਕ ਜਿਹੜਾ ਕਾਮਨ ਪ੍ਰੋਬਲਮ ਫਿਰ ਵੀ ਆਪਾਂ ਨੂੰ ਦੇਖਣ 'ਚ ਆ ਰਹੀ। ਦਿੱਲੀ ਦੀ ਐਗਜ਼ਾਮਪਲ ਲਈਏ, ਦਿੱਲੀ 'ਚ ਦੋ ਤਰ੍ਹਾਂ ਦੇ ਦੋ ਵੱਡੇ ਡੰਪ ਨੇ, ਗਾਜੀਗੁਲਾ ਤੇ ਇੱਕ ਹੋਰ ਹੈ ਕਿਤੇ, ਤੇ ਇੰਨੇ ਕੁ ਪਹਾੜ ਇਕੱਠੇ ਹੋ ਗਏ ਨੇ ਵੀ ਉਹ ਕੁਤਬ ਮਨਾਰ ਤੋਂ ਵੀ ਵੱਡੇ ਪਹਾੜ ਦੇਖੇ ਜਾ ਸਕਦੇ ਦਿੱਲੀ 'ਚ। ਇਹ ਪੂਰਾ ਮੈਂ ਟੈਕਨੀਕਲੀ ਉਹਨਾਂ ਦਾ ਸਰਵੇ ਕੀਤਾ ਹੈ, ਰਿਸਰਚ ਪੇਪਰ ਨੇ ਮੇਰੇ ਉਸ ਦੇ ਰਿਗਾਰਡਿੰਗ, ਤੇ ਮੈਂ ਪ੍ਰੋਪਰ ਇਹਦੀ 5 ਸਾਲ ਇਹਦੇ ਸਟੱਡੀ ਕੀਤੀ ਹੈ ਵੀ ਇਹਦੇ ਲਈ ਆਪਾਂ ਕੀ ਕੀਤਾ ਜਾ ਸਕਦਾ। ਤੇ ਮੈਂ ਆਪਣੀ ਇੱਕ ਕੰਪਨੀ ਸ਼ੁਰੂ ਕੀਤੀ ਜਲੰਧਰ ਦੇ ਹੀ ਇੱਕ ਐਂਟਰਪ੍ਰੈਨਿਓਰ ਨਾਲ, ਜਿਨ੍ਹਾਂ ਦਾ ਨਾਮ ਹੈ ਇੰਜੀਨੀਅਰ ਹਰਪ੍ਰੀਤ ਜੀ। ਉਹ ਵੀ ਪਿਛਲੇ ਕਾਫੀ ਸਮੇਂ ਤੋਂ ਇਸ ਸਮੱਸਿਆ ਦੇ ਰਿਗਾਰਡਿੰਗ ਕੰਮ ਕਰ ਰਹੇ ਸੀ, ਤੇ ਆਪਾਂ ਦੋਵਾਂ ਨੇ ਮਿਲ ਕੇ ਇੱਕ ਮੀਟਿੰਗ 'ਚ ਇੱਕ ਕੰਪਨੀ ਬਣਾਉਣ ਦੇ ਬਾਰੇ ਸੋਚਿਆ, ਜਿਹਦਾ ਨਾਮ ਸੀ ਗ੍ਰੀਨ ਬ੍ਰਿਗੇਡ। ਆਪਾਂ ਰੱਖਿਆ ਗ੍ਰੀਨ ਬ੍ਰਿਗੇਡ ਦਾ ਮਤਲਬ ਇਹ ਆ ਵੀ ਬ੍ਰਿਗੇਡ ਜਿਹਨੂੰ ਆਪਾਂ ਕਹਿੰਦੇ ਹਾਂ ਆਰਮੀ, ਸੈਨਾ ਦੀ ਟੁਕੜੀ, ਠੀਕ ਹੈ ਜੀ। ਸੈਨਾ ਨੂੰ ਦੇਸ਼ ਦੀ ਰਾਖੀ ਲਈ ਜੋ ਬਣਾਇਆ ਗਿਆ ਹੈ, ਉੱਦਾਂ ਹੀ ਆਪਾਂ ਸ਼ਹਿਰ ਨੂੰ ਸਾਫ਼ ਰੱਖਣ ਲਈ, ਆਪਣੇ ਦੇਸ਼ ਨੂੰ ਸਾਫ਼ ਰੱਖਣ ਲਈ ਕੰਪਨੀ ਦਾ ਗਠਨ ਕੀਤਾ, ਜਿਹਦਾ ਨਾਮ ਸੀ ਗ੍ਰੀਨ ਬ੍ਰਿਗੇਡ। ਤੇ ਉਸ ਟੀਚੇ ਨੂੰ ਸਾਹਮਣੇ ਰੱਖ ਕੇ ਆਪਾਂ ਗ੍ਰੀਨ ਬ੍ਰਿਗੇਡ ਦਾ ਗਠਨ ਕੀਤਾ ਤੇ ਆਪਾਂ ਇੱਥੇ ਦਸੂਹੇ 'ਚ ਹੁਣ ਆਪਾਂ ਕੰਮ ਕਰ ਰਹੇ ਹਾਂ। ਤੇ ਉਹ ਕੂੜੇ ਦੇ ਪਹਾੜ ਨੂੰ ਆਪਾਂ ਕਿੱਦਾਂ ਖਤਮ ਕਰ ਸਕਦੇ ਹਾਂ, ਵੀ ਜਿਵੇਂ ਕੋਈ ਵੀ ਆਪਾਂ ਬੇਸਿਕ ਐਗਜ਼ਾਮਪਲ ਲੈਂਦੇ ਹਾਂ, ਵੀ ਸ਼ੁਰੂ ਤੋਂ ਸ਼ੁਰੂ ਹੋ ਗਿਆ ਆਪਾਂ ਇੱਕ ਫਸਲ ਦੀ ਐਗਜ਼ਾਮਪਲ ਲੈਂਦੇ ਹਾਂ। ਮੰਨ ਲਓ ਆਪਾਂ ਆਲੂ ਹੀ ਬੀਜੇ, ਖੇਤ 'ਚੋਂ ਪੈਦਾ ਹੋਏ, ਉਹ ਆਪਾਂ ਖਾਧੇ ਤੇ ਕੁਝ ਆਪਾਂ ਸੁੱਟਤਾ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹ ਆਪਣੇ ਡਸਟਬਿਨ 'ਚ ਗਏ, ਕੂੜਾ ਗਿਆ, ਉਹਨੂੰ ਆਪਾਂ ਕੂੜਾ ਕਹਿ ਰਹੇ ਹਾਂ। ਉਹ ਹੁਣ ਕੀ ਹੋ ਰਿਹਾ, ਜਾਂ ਤਾਂ ਉਹ ਦੇਖੋ ਆਪਾਂ ਜਿਹੜੇ ਰੈਗ ਪਿਕਰਸ ਨੂੰ ਦਿੰਦੇ ਹਾਂ, ਕੂੜੇ ਵਾਲੇ ਨੂੰ ਦਿੰਦੇ ਹਾਂ। ਪਹਿਲੀ ਗੱਲ ਤਾਂ ਆਪਾਂ ਕੂੜੇ ਵਾਲਾ ਸ਼ਬਦ ਹੀ ਮੈਨੂੰ ਬੜਾ ਘਟੀਆ ਲੱਗਦਾ ਹੈ, ਵੀ ਆਪਾਂ ਕੂੜੇ ਵਾਲੇ ਹਾਂ। ਜਿਹੜੇ ਆਪਾਂ ਗੰਦ ਪਾ ਰਹੇ ਹਾਂ ਸ਼ਹਿਰਾਂ ਨੂੰ, ਆਪਾਂ ਪੋਲਿਊਟ ਕਰਦੇ ਪਏ ਹਾਂ। ਜਿਹੜੇ ਕੂੜੇ ਵਾਲੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹ ਸਫਾਈ ਕਰਮੀ ਨੇ। ਸੋ ਵਾਪਸ ਆਉਂਦੇ ਉਸ ਮੁੱਦੇ 'ਤੇ ਵੀ ਉਹ ਜਿਹੜਾ ਕਚਰਾ ਗਿਆ ਉੱਥੇ, ਜਾਂ ਤਾਂ ਪਸ਼ੂ ਨੇ ਖਾ ਲਿਆ ਜਾਂ ਉਹਨੂੰ ਬਾਲ ਦਿੱਤਾ ਗਿਆ, ਅਤੇ ਉਹ ਪ੍ਰੋਪਰਲੀ ਮੈਨੇਜ ਨਹੀਂ ਹੋ ਰਿਹਾ। ਇਹ ਸਿਚੁਏਸ਼ਨ ਹਰ ਸ਼ਹਿਰ ਦੀ ਹੈ ਲਗਭਗ, ਕੁਛ ਚੁਣਿੰਦਾ ਸ਼ਹਿਰਾਂ ਨੂੰ ਛੱਡ ਕੇ ਬਾਕੀ 90% ਸ਼ਹਿਰਾਂ ਦੀ ਇਹ ਹਾਲਤ ਹੈ ਵੀ ਉੱਥੇ ਕੂੜੇ ਦੇ ਪਹਾੜ ਇਕੱਠੇ ਹੋ ਗਏ ਹਨ। ਹੁਣ ਉਹੀ ਜੇ ਆਪਾਂ ਆਲੂ ਨੂੰ ਪ੍ਰੋਪਰਲੀ ਉਹਦੀ ਸ਼ੁਰੂ ਤੋਂ ਹੀ ਸੈਗਰੀਗੇਸ਼ਨ ਕੀਤੀ ਜਾਵੇ, ਤੇ ਆਪਾਂ ਉਹਨੂੰ
ਦੁਬਾਰਾ ਫਾਰਮ 'ਚ ਭੇਜ ਸਕਦੇ ਹਾਂ, ਵੀ ਜਿੱਥੋਂ ਉਹ ਆਇਆ ਉੱਥੇ ਹੀ ਚਲ ਗਿਆ ਮੈਨਿਓਰ ਬਣ ਕੇ, ਖਾਦ ਬਣ ਕੇ, ਤੇ ਉੱਥੇ ਹੀ ਦੁਬਾਰਾ ਉਹ ਵਾਪਸ ਪਹੁੰਚ ਗਿਆ ਖੇਤ 'ਚ। ਇਹਨੂੰ ਆਪਾਂ ਕਹਿੰਦੇ ਹਨ ਸਰਕੂਲਰ ਇਕੋਨਮੀ, ਵੀ ਜਿੱਥੋਂ ਸਰਕਲ ਸ਼ੁਰੂ ਹੋਇਆ ਉੱਥੇ ਹੀ ਐਂਡ ਹੋ ਗਿਆ। ਤੇ ਆਪਾਂ ਕੋਈ ਵੇਸਟ ਤੇ ਪ੍ਰੋਡਿਊਸ ਕੀਤਾ ਨਹੀਂ, ਜੋ ਪਲਾਸਟਿਕ ਸੀ ਉਹ ਦੁਬਾਰਾ ਰੀਸਾਈਕਲ ਹੋ ਗਿਆ, ਤੇ ਜਿਹੜਾ ਆਰਗੈਨਿਕ ਵੇਸਟ ਸੀ ਜਿਹਨੂੰ ਆਪਾਂ ਗਿੱਲਾ ਕੂੜਾ ਵੀ ਕਹਿੰਦੇ ਹਾਂ, ਉਹ ਦੁਬਾਰਾ ਖਾਦ ਬਣ ਕੇ ਖੇਤਾਂ 'ਚ ਪਹੁੰਚ ਗਿਆ। ਸੋ ਇਸ ਕੰਸੈਪਟ 'ਤੇ ਵਰਕ ਕਰਦੇ ਹੋਏ ਆਪਾਂ ਕਹਿੰਦੇ ਹਾਂ ਵੀ ਕੂੜੇ ਦਾ ਪਹਾੜ ਇਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਦਸੂਹੇ 'ਚ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ। ਮੈਂ ਤੇ ਚਾਹੁੰਦਾ ਹਾਂ ਵੀ ਲੋਕੀ ਕੰਪਲੇਂਟ ਕਰਨ। ਮੈਂ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਹਾਂ ਵੀ ਤੁਸੀਂ ਸਾਡੀ ਨਿਗਾਹ ਵਿੱਚ ਲਿਆਂਦਾ ਵੀ ਕੁਝ ਕੰਪਲੇਂਟਾਂ ਆ ਰਹੀਆਂ ਨੇ। ਮੈਂ ਉਹਨਾਂ ਨੂੰ ਚਾਹੁੰਦਾ ਵੀ 90% ਕੰਪਲੇਂਟ ਆਉਣ, ਐਟਲੀਸਟ ਲੋਕੀ ਦੱਸਣ ਵੀ ਕੰਪਲੇਂਟ ਹੈ ਕਿੱਥੇ, ਤਦੇ ਆਪਾਂ ਉਹਨੂੰ ਇੱਕ ਪ੍ਰੋਪਰਲੀ ਮੈਨੇਜ ਕਰ ਪਾਵਾਂਗੇ। ਤੇ ਉਹਨੂੰ ਮੈਂ 10% ਜਾਂ 5% ਦੇ ਕੰਪਲੇਂਟ ਲੈਵਾਂਗਾ ਤੁਹਾਡੀ। ਤੇ ਲੋਕੀ ਇਸ ਉਪਰਾਲੇ ਤੋਂ ਬਹੁਤ ਖੁਸ਼ ਹਨ ਕਿ ਸਾਡੇ ਘਰਾਂ 'ਚੋਂ ਹੀ ਜਿਹੜੀ ਕੂੜੇ ਦੀ ਸਮੱਸਿਆ ਉਹ ਦੂਰ ਹੋ ਰਹੀ ਹੈ, ਕਿਉਂਕਿ ਉਹ ਵੀ ਦੇਖ ਰਹੇ ਸੀ ਵੀ ਜਿਹੜਾ ਪੁਰਾਣੇ ਰੈਕ ਪਿਕਰਸ ਆ ਰਹੇ ਸੀ ਜਾਂ ਪੁਰਾਣੇ ਕੋਈ ਵੀ ਬੰਦੇ ਆ ਰਹੇ ਸੀ, ਉਹ ਕੂੜੇ ਦਾ ਪ੍ਰੋਪਰਲੀ ਮੈਨੇਜ ਨਹੀਂ ਸੀ ਕਰ ਰਹੇ। ਇਸ ਲਈ ਜਿਹੜੇ ਹੁਣ ਨਵੇਂ ਆ ਰਹੇ ਨੇ ਬੰਦੇ, ਉਹਨਾਂ ਦਾ ਰਿਸਪੌਂਸ ਕਾਫੀ ਵਧੀਆ। ਸੁਸਾਇਟੀਜ਼ ਕ੍ਰਿਸ਼ਨਾ ਕਲੋਨੀ ਹੋ ਗਿਆ, ਜਾਪਾਨੀ ਕਲੋਨੀ, ਜੈਨ ਕਲੋਨੀ, ਦੇ ਆਰ ਵੈਰੀ ਹੈਪੀ ਵੀ ਐਟਲੀਸਟ ਆਪਾਂ ਜੋ ਪ੍ਰੋਡਿਊਸ ਕਰ ਰਹੇ ਹਾਂ ਉਹ ਆਪਾਂ ਨੂੰ ਦੁਬਾਰਾ ਖਾਦ ਦੇ ਰੂਪ 'ਚ ਵਾਪਸ ਵੀ ਮਿਲੂਗਾ। ਪਰਪਸ ਸਾਡਾ ਇਹੀ ਹੈ ਵੀ ਆਪਾਂ ਇੱਕ ਦਸੂਹੇ ਨੂੰ ਸਾਫ਼ ਰੱਖਣ ਦਾ ਜਿਹੜਾ ਟੀਚਰ ਰੱਖਿਆ ਹੈ ਉਹ ਨਗਰ ਨਿਵਾਸੀਆਂ ਦੇ ਵੱਲੋਂ ਹੀ ਪੂਰਾ ਕੀਤਾ ਜਾ ਸਕਦਾ ਹੈ। ਸਾਡੀ ਜਿਹੜੀ ਕੰਪਨੀ ਉਸ ਲਈ ਪੂਰੀ ਦਿਨ ਰਾਤ ਮਿਹਨਤ ਕਰ ਰਹੀ ਹੈ। ਸਾਡਾ ਸਲੋਗਨ ਹੈਗਾ ਜੀ ਨੋ ਲੈਂਡਫਿਲਸ, ਵੀ ਕੋਈ ਡੰਪ ਨਹੀਂ ਕ੍ਰੀਏਟ ਹੋਵੇ, ਤੇ ਆਪਾਂ ਪੂਰੇ ਸ਼ਹਿਰ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ, ਕਿਉਂਕਿ ਸ਼ੁਰੂਆਤ ਇੱਥੋਂ ਹੀ ਹੋਏਗੀ। ਜੇਕਰ ਆਪਾਂ ਚੇਂਜ ਹੋਵਾਂਗੇ ਤੇ ਹੀ ਅਗਲਾ ਬੰਦਾ ਚੇਂਜ ਹੋਵੇਗਾ। ਤੁਸੀਂ ਆਪਣਾ ਕੂੜਾ ਸੈਗਰੀਗੇਟਿਡ ਕਰਕੇ ਦਿਓ। ਜਿਹੜੀਆਂ ਤੁਹਾਡੇ ਰੇਹੜੀਆਂ ਆ ਰਹੀਆਂ ਨੇ ਉਹਨਾਂ 'ਚ 2 ਕੰਪਾਰਟਮੈਂਟਸ ਨੇ। ਜਦੋਂ ਤੁਸੀਂ ਉਹਨੂੰ ਕੂੜੇ ਵਾਲੇ ਨੂੰ ਜਿਹੜਾ ਰੈਕ ਪਿਕਰ ਆ ਰਿਹਾ, ਸਫਾਈ ਕਰਮੀ, ਉਹਨੂੰ ਅਲੱਗ-ਅਲੱਗ ਕੂੜਾ ਦੋਗੇ ਤੇ ਉਹਦੀ ਮਿਹਨਤ ਕਾਫੀ ਬਚ ਜਾਏਗੀ। ਨਹੀਂ ਤਾਂ ਉਹ ਆ ਕੇ ਇੱਥੇ ਉਹਦੇ 2-3 ਘੰਟੇ ਧੁੱਪ 'ਚ ਲੱਗਦੇ ਹਨ ਜਾਂ ਉਹਦਾ ਇੱਕ ਕੰਮ ਵੱਧ ਜਾਂਦਾ ਹੈ। ਸੋ ਉਹਨੂੰ ਜੇਕਰ ਤੁਸੀਂ ਪ੍ਰੋਪਰਲੀ ਸੈਗਰੀਗੇਟ ਕਰਕੇ ਦੋਗੇ ਤੇ ਤੁਹਾਨੂੰ ਉਹਦੀ ਵੀ ਮਿਹਨਤ ਬਚੇਗੀ ਤੇ ਐਟ ਦਾ ਐਂਡ ਤੁਹਾਨੂੰ ਵੀ ਇੱਕ ਪ੍ਰੋਪਰ ਖਾਦ ਮਿਲੇਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਸਿੰਘ ਲਾਲੀ ਜਲੰਧਰ ਤੋਂ ਬੀਟੈਕ ਪਾਸ। ਤੇ ਜਲੰਧਰ ਦੇ ਵਿੱਚ ਮੈਂ ਪਿਛਲੇ 20 ਸਾਲ ਤੋਂ ਇੱਕ ਆਪਣਾ ਬਿਜ਼ਨਸ ਚਲਾ ਰਿਹਾ ਸੀਗਾ। ਬਿਜ਼ਨਸ ਚਲਾਉਣ ਦੇ ਨਾਲ ਨਾਲ ਆਪਣੇ ਜਲੰਧਰ ਦੀਆਂ ਜਾਂ ਆਪਣੇ ਆਲੇ ਦੁਆਲੇ ਦੀਆਂ ਕੁਝ ਸਮੱਸਿਆ ਵੱਲ ਧਿਆਨ ਗਿਆ। ਧਿਆਨ ਤੋਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਧਿਆਨ ਗਿਆ ਕੂੜੇ ਵਾਲੇ ਪਾਸੇ। ਜਦੋਂ ਕੂੜੇ ਦੇ ਹਰ ਮੋੜ ਤੇ, ਹਰ ਗਲੀ ਤੇ, ਹਰ ਚੌਂਕ ਵਿੱਚ ਕੂੜਾ ਦੇਖਿਆ, ਹਰ ਤਰ੍ਹਾਂ ਦੀਆਂ ਸੰਸਥਾਵਾਂ ਕੰਮ ਕਰ ਰਹੀਆਂ ਸੀਗੀਆਂ, ਪਰ ਉਹਨੂੰ ਪ੍ਰੋਪਰ ਚੈਨਲ 'ਚ ਨਹੀਂ ਕੰਮ ਹੋ ਰਿਹਾ ਸੀਗਾ। ਤੇ ਕੁਝ ਸਰਵੇ ਜਾ ਕੇ ਦਿੱਲੀ ਕੀਤੇ ਮੈਂ MCD ਦੇ ਵਿੱਚ, ਉੱਥੋਂ ਦੇਖਿਆ ਵੀ ਇਹ ਕੂੜੇ ਨੂੰ ਖਤਮ ਕਿੱਦਾਂ ਕਰ ਰਹੀ ਹੈ ਦਿੱਲੀ ਕਾਰਪੋਰੇਸ਼ਨ। ਉੱਥੋਂ ਕੁਝ ਟ੍ਰੇਨਿੰਗ ਲੈਣ ਤੋਂ ਬਾਅਦ ਮੈਂ ਜਲੰਧਰ ਦੇ ਵਿੱਚ ਇੱਕ ਇੰਡੀਵਿਜੂਅਲ ਪਲਾਂਟ ਲਗਾਇਆ ਆਪਣਾ। ਮੇਰਾ ਪਲਾਂਟ ਲਗਾਉਣ ਦਾ ਇੱਕੋ ਮੰਤਵ ਸੀਗਾ ਵੀ ਅਸੀਂ ਜਿਹੜਾ ਕੂੜੇ ਦਾ ਵੋਲੀਅਮ ਹੈਗਾ, ਯਾਨੀ ਕਿ ਉਹਦਾ ਜਿਹੜਾ ਏਰੀਆ ਬਣ ਰਿਹਾ ਹੈਗਾ, ਉਹ ਵੋਲੀਅਮ ਨੂੰ ਕਿੱਦਾਂ ਰਿਡਿਊਸ ਕੀਤਾ ਜਾਵੇ। ਅੱਜ ਮੇਰੀ ਜਲੰਧਰ ਵਿੱਚ ਜਿਹੜੀ ਕੰਪਨੀ ਚੱਲ ਰਹੀ ਹੈਗੀ ਆ, 4 ਟਨ ਕੂੜੇ ਨੂੰ ਅਸੀਂ ਇਕੱਠਾ ਕਰਕੇ ਆਫਟਰ ਦਾ ਮੰਥ ਉਹਨੂੰ ਸਿਰਫ ਅਸੀਂ ਜਿਹੜਾ ਹੈਗਾ 300-400 ਕਿਲੋ ਵੋਲੀਅਮ 'ਚ ਲੈ ਕੇ ਆਉਂਦੇ ਹਾਂ। ਔਰ ਜਿਹੜੀ ਉਹ ਚੀਜ਼ ਬਣ ਰਹੀ ਹੈਗੀ ਆ ਉਹ ਬਿਲਕੁਲ ਪਿਓਰ ਆਰਗੈਨਿਕ ਖਾਦ ਹੈ। ਔਰ ਜਿਹੜੀ ਖੇਤੀਬਾੜੀ ਵਿਭਾਗ, ਯੂਨੀਵਰਸਿਟੀ ਦੇ ਸੋਇਲ ਡਿਪਾਰਟਮੈਂਟ ਤੇ ਗਾਜ਼ੀਆਬਾਦ ਦੇ ਸੈਂਟਰਲ ਆਰਗੈਨਿਕ ਇੰਸਟੀਚਿਊਟ ਤੋਂ ਮਾਨਤਾ ਪ੍ਰਾਪਤ ਹੈ। ਇਸ ਬੀੜੇ ਚੁੱਕਣ ਤੋਂ ਬਾਅਦ ਅਸੀਂ ਛੋਟੇ-ਛੋਟੇ ਸ਼ਹਿਰਾਂ ਦੇ ਵਿੱਚ ਨਗਰ ਕੌਂਸਲਾਂ ਵੱਲ ਧਿਆਨ ਕੀਤਾ ਵੀ ਉੱਥੇ ਵੀ ਸਮੱਸਿਆ ਬਹੁਤ ਜ਼ਿਆਦਾ ਬਣ ਰਹੀ ਸੀ। ਤੇ ਸਭ ਤੋਂ ਪਹਿਲਾਂ ਸਾਨੂੰ ਨਜ਼ਦੀਕ ਜਿਹੜਾ ਦਸੂਹੇ ਦੇ ਸਾਡੇ ਇੱਕ ਐਸੀ ਸਾਹਿਬ ਸੀ, ਮਦਨ ਜੀ, ਉਹਨਾਂ ਨੇ ਸਾਡੇ ਨਾਲ ਈਓ ਸਾਹਿਬ ਨੇ ਗੱਲ ਕੀਤੀ ਵੀ ਸਾਡੇ ਸ਼ਹਿਰ ਦੀ ਸਮੱਸਿਆ ਹੈਗੀ ਆ ਵੀ ਅਸੀਂ ਇਹਨੂੰ ਕਿਸ ਤਰ੍ਹਾਂ ਖਤਮ ਕਰੀਏ। ਅਸੀਂ 1 ਮਹੀਨਾ ਪਹਿਲਾਂ ਸਰਵੇ ਕੀਤੇ, ਡੋਰ ਟੂ ਡੋਰ ਜਾ ਕੇ ਇਹਨਾਂ ਦੇ ਮੋਟੀਵੇਟਰਸ ਦੇ ਨਾਲ, CF ਦੇ ਨਾਲ, ਵੀ ਪ੍ਰੋਬਲਮ ਕਿੱਥੇ ਆ ਰਹੀ ਆ ਔਰ ਕਿੱਥੇ ਖਤਮ ਨਹੀਂ ਹੋ ਰਹੀ। ਇਹ ਪ੍ਰੋਬਲਮ ਇਹ ਆ ਰਹੀ ਸੀ ਲੋਕਾਂ ਦੇ ਘਰਾਂ ਦੇ ਵਿੱਚ ਪੋਲੀਥੀਨਾਂ 'ਚ, ਲਿਫਾਫਿਆਂ 'ਚ ਗਿੱਲਾ ਤੇ ਸੁੱਕਾ ਕੂੜਾ ਪੈਕ ਹੋ ਕੇ ਆ ਰਿਹਾ ਸੀਗਾ, ਤਾਂ ਜਿਹੜਾ ਹੈਗਾ ਜਾ ਕੇ ਇੱਕ ਪ੍ਰੋਪਰ ਡੰਪ ਬਣ ਰਿਹਾ ਸੀਗਾ। 1 ਮਹੀਨੇ ਸਰਵੇ ਕਰਨ ਤੋਂ ਬਾਅਦ ਮੇਰੇ ਨਾਲ ਇੱਕ NIT ਦੇ ਡਾਕਟਰ ਸੀਗੇ, ਗਿਰੀਸ਼ ਸਪਰਾ ਜੀ, ਤੇ ਨਾਲ ਮੇਰੇ ਨਾਲ SK ਕਪੂਰ ਜੀ ਹੈ ਜੀ। ਅਸੀਂ ਤਿੰਨਾਂ ਜਾਣੇ ਨੇ ਰਲ ਕੇ ਇੱਕ ਕੰਪਨੀ ਲਾਂਚ ਕੀਤੀ ਹੈਗੀ ਜਿਹਦਾ ਨਾਮ ਹੈ ਗ੍ਰੀਨ ਬ੍ਰਿਗੇਡ ਪ੍ਰਾਈਵੇਟ ਲਿਮਟਿਡ। ਗ੍ਰੀਨ ਬ੍ਰਿਗੇਡ ਦਾ ਮਤਲਬ ਹੈ ਕਿ ਹਰੇ ਯੋਧੇ। ਹਰੇ ਯੋਧੇ ਉਹ ਹੋਣਗੇ ਜੋ ਦਸੂਹੇ ਦੇ ਵਿੱਚ ਕੂੜਿਆਂ ਦੇ ਢੇਰ ਜਾਂ ਸੈਕੰਡਰੀ ਡੰਪ ਲੱਗ ਰਹੇ ਹੈਗੇ, ਅਸੀਂ ਉਹਨਾਂ ਨੂੰ ਖਤਮ ਕਰੀਏ। ਉਹ ਸਿਰਫ ਤੇ ਸਿਰਫ ਦਸੂਹੇ ਸ਼ਹਿਰ ਦੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਹੋਏਗਾ ਔਰ ਜੋ ਸ਼ਹਿਰ ਦਾ ਹਰ ਵਾਸੀ ਸਾਨੂੰ ਸਹਿਯੋਗ ਦੇਣ ਨੂੰ ਤਿਆਰ ਹੈ। ਅਸੀਂ ਉਹ ਕੂੜੇ ਨੂੰ ਇਕੱਠਾ ਕਰਦੇ ਹਾਂ, ਡੋਰ ਟੂ ਡੋਰ ਸਾਡੇ ਸਫਾਈ ਕਰਮਚਾਰੀ ਲਿਆਂਦੇ ਆ। ਇੱਕ ਜਿੱਥੇ MRF ਸ਼ੈੱਡ ਬਣਾਈ ਨਗਰ ਕੌਂਸਲ ਦਸੂਹਾ ਨੇ, ਉੱਥੇ ਲਿਆ ਕੇ ਫਿਰ ਵੀ ਅਸੀਂ ਪ੍ਰੀ ਸੈਗਰੀਗੇਟ ਕਰਕੇ ਉਹਦੇ ਅੰਦਰ ਕੁਝ ਕਲਚਰ ਵਗੈਰਾ, ਕੁਝ ਦਵਾਈਆਂ ਲਗਾ ਕੇ ਉਸ ਕੂੜੇ ਦੇ ਢੇਰਾਂ ਦਾ ਵੋਲੀਅਮ ਰਿਡਿਊਸ ਕਰ ਰਹੇ ਹਾਂ ਵੀ ਆਉਣੇ ਵਾਲੇ ਟਾਈਮ ਦੇ ਵਿੱਚ ਸਾਡੇ ਬਜ਼ੁਰਗ, ਸਾਡੇ ਬੱਚਿਆਂ ਨੂੰ ਇੱਕ ਸਾਫ਼ ਤੇ ਸਵੱਛ ਵਾਤਾਵਰਨ ਮਿਲੇ ਤੇ ਦਸੂਹੇ ਦੀਆਂ ਸੜਕਾਂ ਸਾਫ਼ ਸੁਥਰੀਆਂ ਰਹਿਣ। ਸਰ ਦੇਖੋ, ਮੇਰੇ ਕੋਲ ਇਸ ਟਾਈਮ ਜਿਹੜੀ ਖਾਦ ਹੈਗੀ ਆ, ਮੈਕਸਿਮਮ ਜਿਹੜੇ ਹੈਗੇ ਆ ਲੋਕੀ ਘਰਾਂ ਦੇ ਵਿੱਚ ਕਿਚਨ ਗਾਰਡਨ ਬਣਾ ਰਹੇ ਆ।
ਕਿਉਂਕਿ ਜਦੋਂ ਅਸੀਂ ਕਿਸਾਨਾਂ ਨੂੰ ਖਾਦ ਦੇਣੀ ਹੈ ਉਹਦੇ ਵਾਸਤੇ ਸਾਨੂੰ ਬਹੁਤ ਬਲਕ ਕੁਆਂਟੀਟੀ ਦੇ ਵਿੱਚ ਡਰਾਈ ਵੈਟ ਗਾਰਬੇਜ ਚਾਹੀਦਾ ਹੈਗਾ ਜੀ। ਅਸੀਂ ਫਿਲਹਾਲ ਦਸੂਹੇ ਨੂੰ ਫੋਕਸ ਕੀਤਾ, ਜਿੰਨੀ ਕਿ ਦਸੂਹੇ ਦੀ ਆਬਾਦੀ ਹੈਗੀ ਆ ਉਹਦੇ ਹਿਸਾਬ ਦੇ ਨਾਲ ਤਕਰੀਬਨ ਜਿਹੜੀ ਹੈਗੀ ਆ 4 ਤੋਂ 5 ਟਨ ਗਿੱਲਾ ਕੂੜਾ ਸਾਡੇ ਕੋਲ ਆ ਰਿਹਾ, ਔਰ 1 ਮਹੀਨੇ ਬਾਅਦ ਉਸ ਇੱਕ ਡੇਲੀ ਦੇ ਕੂੜੇ ਦਾ ਮੇਰੇ ਕੋਲ 1.5 ਟਨ ਖਾਦ ਬਣੇਗੀ। ਤੇ ਜਿਹੜੇ ਕੋਈ ਜ਼ਿਮੀਂਦਾਰ ਆਰਗੈਨਿਕ ਜਾਂ ਘਰਾਂ 'ਚ ਆਰਗੈਨਿਕ ਫਾਰਮਿੰਗ ਕਰਨਾ ਚਾਹੁੰਦੇ ਹੈਗੇ ਆ, ਉਹ ਨਗਰ ਕੌਂਸਲ ਦਸੂਹਾ ਦੇ ਦਫ਼ਤਰ ਨਾਲ ਜਾ ਕੇ ਸੰਪਰਕ ਕਰ ਸਕਦੇ ਹਨ। ਨਗਰ ਕੌਂਸਲ ਦਸੂਹਾ ਬਹੁਤ ਦੇਰ ਦਾ ਉਪਰਾਲਾ ਕਰ ਰਹੀ ਹੈ ਗ੍ਰੀਨ ਬ੍ਰਿਗੇਡ। ਇਹ ਕਿਹੋ ਜੀ ਆਪਾਂ ਸੰਸਥਾ ਲਿਆਂਦੀ ਹੈ, ਇਹ ਕੋਈ ਠੇਕਾ ਸਿਸਟਮ ਨਹੀਂ ਹੈ ਵੀ ਆਪਾਂ ਕੋਈ ਠੇਕੇ ਵਾਲੇ ਬੰਦੇ ਲੈਂਦੇ ਆ, ਕੋਈ ਕੰਪਨੀ ਲੈਂਦੀ ਹੈ, ਪਰ ਕੋਈ ਨਾ ਕੋਈ ਤਾਂ ਨਾਮ ਦੇਣਾ ਪੈਣਾ ਨਾ। ਅਗਰ ਕੋਈ ਦੁਨੀਆ ਦੇ ਕੋਈ ਬੰਦਾ ਆਇਆ ਤਾਂ ਉਹਦਾ ਨਾਂ ਹੈ, ਇਸ ਕਰਕੇ ਇਹਦਾ ਵੀ ਇੱਕ ਨਾਂ ਹੈ ਗ੍ਰੀਨ ਬ੍ਰਿਗੇਡ, ਠੀਕ ਹੈ ਨਾ। ਇਹ ਇੱਕ ਸੰਸਥਾ ਹੈ। ਫਿਲਹਾਲ ਇਹ ਸਾਡੇ ਕੋਲ ਕੁਝ ਨਹੀਂ ਲੈ ਰਹੇ, ਫਿਲਹਾਲ ਸਾਡਾ ਕੰਮ ਲੀਹ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿੱਦਾਂ ਅਸੀਂ ਘਰਾਂ ਤੋਂ ਕੂੜਾ ਲੈਂਦੇ ਸੀਗੇ ਔਰ ਉਹ ਕੂੜਾ ਸਾਨੂੰ ਮਿਕਸਡ ਮਿਲਦਾ ਸੀ, ਅਸੀਂ ਇਕੱਠਾ ਕਰਦੇ ਸੀ, ਸਾਡੇ ਬੰਦੇ ਆਉਂਦੇ ਸੀ ਤੁਹਾਡੇ ਕੋਲ ਸਫਾਈ ਵਾਲੇ, ਉਹ ਇਕੱਠਾ ਕਰਕੇ ਲੈ ਜਾਂਦੇ ਸੀ ਤੇ ਉਹਨੂੰ ਟਰਾਲੀਆਂ 'ਚ ਪਾ ਕੇ ਅਸੀਂ ਉਹ ਜਿਹੜਾ ਡੰਪ ਚੋ ਦੇ ਲਾਗੇ ਹੈ ਉੱਥੇ ਸੁੱਟ ਦਿੰਦੇ ਸੀ, ਪਰ ਉਹਦੇ ਨਾਲ ਕੂੜੇ ਦੀ ਸਮੱਸਿਆ ਹੱਲ ਨਹੀਂ ਹੋਈ। ਤੁਹਾਡੇ ਘਰ ਤੋਂ ਕੂੜੇ ਦੀ ਸਮੱਸਿਆ ਹੱਲ ਹੋ ਗਈ, ਪਰ ਅੱਗੇ ਕੂੜਾ ਕਿੱਥੇ ਜਾਏ ਉੱਥੇ ਕੋਈ ਹੱਲ ਨਹੀਂ। ਪਰ ਅਸੀਂ ਸਾਰੇ ਬੜੇ ਵਧੀਆ ਲੋਕ ਹਾਂ, ਅਸੀਂ ਆਪਣੇ ਆਪ ਨੂੰ ਨੰਬਰ 1 ਵੀ ਦੱਸਦੇ ਹਾਂ, ਵਧੀਆ ਦੱਸਦੇ ਹਾਂ, ਅਕਲਮੰਦ ਦੱਸਦੇ ਹਾਂ, ਪਰ ਜਦ ਕੂੜੇ ਦੀ ਗੱਲ ਆਉਂਦੀ ਹੈ ਤੇ ਉਦੋਂ ਅਸੀਂ ਸਿਰਫ ਆਪਣੇ ਘਰ 'ਚੋਂ ਹੀ ਕੂੜਾ ਬਾਹਰ ਸੁੱਟਦੇ ਹਾਂ, ਅੱਗੇ ਕਿੱਥੇ ਜਾ ਰਿਹਾ ਇਹਦੇ ਬਾਰੇ ਕੋਈ ਵਿਚਾਰ ਨਹੀਂ ਵੀ ਯਾਰ ਤੁਹਾਡੇ ਕੋਲ ਕੂੜਾ ਕਿਚਨ 'ਚੋਂ ਬਾਹਰ ਆ ਗਿਆ, ਰਸੋਈ 'ਚੋਂ ਬਾਹਰ ਆ ਗਿਆ, ਬਰਾਂਡੇ 'ਚ ਆ ਗਿਆ, ਬਰਾਂਡੇ ਤੋਂ ਉਸ ਤੋਂ ਬਾਅਦ ਤੁਹਾਡੇ ਵਿਹੜੇ 'ਚ ਆ ਗਿਆ, ਵਿਹੜੇ ਤੋਂ ਬਾਅਦ ਤੁਹਾਡੇ ਡਸਟਬਿਨ 'ਚ ਆ ਗਿਆ, ਡਸਟਬਿਨ ਤੋਂ ਬਾਅਦ ਸਾਡੇ ਕਰਮਚਾਰੀ ਕੋ ਆ ਗਿਆ। ਪਰ ਅੱਗੇ ਕਰਮਚਾਰੀ ਕੂੜੇ ਨੂੰ ਕੋਈ ਖਾਣ ਵਾਲੇ ਬੰਦੇ ਥੋੜ੍ਹੀ ਰੱਖੇ ਆ ਕਿ ਖਾ ਲਿਆ ਕੂੜਾ ਖਤਮ ਹੋ ਗਿਆ ਜੀ, ਉਹਨੂੰ ਕਿਤੇ ਖਤਮ ਵੀ ਕਰਨਾ ਹੈ। ਜਿੱਦਾਂ ਢੇਰਾਂ ਦੀ ਗੱਲ ਕੀਤੀ ਹੈ ਇੱਥੇ ਇੰਜੀਨੀਅਰ ਸਾਹਿਬ ਨੇ ਵੀ ਦੱਸਿਆ, ਡਾਕਟਰ ਸਾਹਿਬ ਨੇ ਵੀ ਦੱਸਿਆ, ਮੈਂ ਸੁਣੀ ਤੁਹਾਡੀ ਉਹ ਸਾਰੀ ਵੀਡੀਓ ਵੀ ਇਹ ਕੂੜੇ ਦੇ ਢੇਰ ਨਾ ਲੱਗਣ, ਇਹਦੀ ਸਮੱਸਿਆ ਦਾ ਹੱਲ ਕਰਨ ਲਈ ਇੱਕ ਕੰਪਨੀ ਆਈ ਹੈ। ਜੇ ਕੰਪਨੀ ਕੋਲ ਕੋਈ ਇੰਸਟਰੂਮੈਂਟ ਨਹੀਂ ਹੈਗੇ ਕਿ ਉਹ ਕੂੜੇ ਨੂੰ ਖਤਮ ਕਰ ਦਊਗੀ, ਉਹਦੇ ਕੋਲ ਜਿਹੜੇ ਬੰਦੇ ਸਾਡੇ ਐਕਸਟਰਾ ਬੰਦੇ 37-38 ਹੈ, ਉਹ ਘਰ ਘਰ ਦੇ ਵਿੱਚੋਂ ਸੁੱਕਾ ਗਿੱਲਾ ਕੂੜਾ ਅਲੱਗ-ਅਲੱਗ ਚੱਕਣਗੇ। ਅਗਰ ਉਹ ਇਕੱਠਾ ਵੀ ਕੋਈ ਦੇ ਦਿੰਦਾ ਹੈ, ਨਹੀਂ ਮੰਨਦਾ, ਅਗਰ ਕੋਈ ਕਹਿੰਦਾ ਵੀ ਮੈਂ ਨਹੀਂ ਮੰਨਦਾ, ਮੈਂ ਤਾਂ ਇੱਦਾਂ ਹੀ ਦੇਣਾ, ਮਿਕਸਡ ਹੀ ਦੇ ਦੂੰਗਾ, ਵਿੱਚੇ ਸਬਜ਼ੀਆਂ, ਵਿੱਚੇ ਗੱਤੇ, ਵਿੱਚੇ ਨੀਡਲਸ, ਮੈਡੀਕਲ ਵੇਸਟ, ਸਾਰਾ ਕੁਝ ਇਕੱਠਾ ਹੀ ਦੇ ਜਾਂਦਾ, ਉਹਨੂੰ ਫਿਰ ਉਹ ਬੰਦੇ ਸਾਡੇ ਆ ਕੇ MRF ਸ਼ੈੱਡ ਇੱਕ ਇਹੋ ਜਿਹੀ ਜਗ੍ਹਾ ਹੈ, ਇੱਕ ਸ਼ੈੱਡ ਹੀ ਹੈ ਸਿੰਪਲ, ਉਹ ਸ਼ੈੱਡ ਦੇ ਵਿੱਚ ਆਪਾਂ ਕੰਪਾਰਟਮੈਂਟ ਬਣਾਏ ਹੈ ਵੀ ਜੇ ਗੱਤਾ ਨਿਕਲਦਾ ਗੱਤਾ ਅਲੱਗ ਕਰ ਦਿਓ, ਜਿਹੜਾ ਸਬਜ਼ੀ ਵਾਲਾ ਗਲਿਆ ਕੂੜਾ ਜਿਹਨੂੰ ਅਸੀਂ ਗਲ ਸਕਦਾ ਜਿਹੜਾ, ਉਹਨੂੰ ਅਸੀਂ ਅਲੱਗ ਕੱਢ ਲੈਂਦੇ ਹਾਂ ਅਤੇ ਉਹਦੇ ਤੋਂ ਅੱਗੇ ਖਾਦ ਤਿਆਰ ਕਰ ਦਿੰਦੇ ਹਾਂ। ਖਾਦ ਤਿਆਰ ਕਰਨ ਦਾ ਫਾਰਮੂਲਾ ਬੜਾ ਵਧੀਆ, ਉਹ ਪਿਟਸ ਬਣਿਆ, ਪਿਟਸ ਬਣ ਇੱਕ ਮਤਲਬ ਮੰਜੇ ਕੁ ਜਿੰਨੀ ਜਗ੍ਹਾ ਹੈ, ਉਹਨੂੰ ਅਸੀਂ ਵੜ ਲਿਆ ਇੱਟਾਂ ਦੇ ਨਾਲ, ਉਹਦੇ 'ਚ ਹਵਾ ਜਿਹੜੀ ਆਉਂਦੀ ਹੈ, ਜਿੱਦਾਂ ਆਪਾਂ ਘਰਾਂ ਪੁਰਾਣੇ ਬਨੇਰੇ ਬੰਦੇ ਸੀਗੇ ਜਿੱਥੋਂ ਹਵਾ ਚੱਲਦੀ, ਮੋਰੀਆਂ ਵਾਲਾ ਬਨੇਰਾ ਕਹਿੰਦੇ ਸੀ, ਉੱਦਾਂ ਦਾ ਬਣਾ ਲੈਂਦੇ ਹਾਂ ਅਤੇ ਉਹਦੇ ਵਿੱਚ ਗਿੱਲਾ ਕੂੜਾ ਸੁੱਟ ਦਿੰਦੇ ਹਾਂ ਅਤੇ ਥੋੜ੍ਹੀ ਜਿਹੀ ਆਪਣੇ ਕੋਲੋਂ ਕੋਈ ਕੈਮੀਕਲ ਇੱਦਾਂ ਦਾ ਆਪਾਂ ਪਾ ਦਿੰਦੇ ਹਾਂ ਵੀ ਜਿਹਦੇ ਨਾਲ ਗਲ ਜਾਏ। ਗਲਣ ਤੋਂ ਬਾਅਦ ਉਹ 15-20 ਦਿਨ ਬਾਅਦ ਇੱਕ ਉਹਨਾਂ ਦਾ ਪ੍ਰੋਸੈਸ ਹੈਗੀ ਹੈ, ਉਸ ਤੋਂ ਬਾਅਦ ਉਹ ਗਲ ਕੇ ਉਹਨੂੰ ਪਲਟ ਦਿੰਦੇ ਹਾਂ ਅਤੇ ਬਾਅਦ ਵਿੱਚ ਆਪਾਂ ਛਾਣ ਲੈਂਦੇ ਹਾਂ। ਉਹਨੂੰ ਛਾਣਨ ਤੋਂ ਬਾਅਦ ਇੱਕ ਖਾਦ ਤਿਆਰ ਹੋ ਜਾਂਦੀ ਜਿਹੜੀ ਕਿ ਫਲਾਂ ਤੋਂ ਤਿਆਰ ਹੁੰਦੀ ਹੈ, ਉਹ ਗੰਦਗੀ ਨਹੀਂ ਉਹ 'ਚ ਹੁੰਦੀ। ਕਿਉਂਕਿ ਇਸੇ ਕਰਕੇ ਮੈਂ ਕਹਿੰਦਾ ਵੀ ਸਾਨੂੰ ਮਿਕਸਡ ਕੂੜਾ ਦੇਣ ਦੀ ਬਜਾਏ ਸਾਨੂੰ ਅਲੱਗ-ਅਲੱਗ ਦਿੱਤਾ ਜਾਏ। ਇਸ ਤੋਂ ਇਲਾਵਾ ਕੁਝ ਲੋਕਾਂ ਦੀ ਐਕਸਪੈਕਟੇਸ਼ਨਸ ਬੜੀਆਂ ਸਾਡੇ ਵੀ ਕੰਪਨੀ ਆ ਗਈ ਹੈ ਹੁਣ ਹਨੇਰੀ ਆ ਜਾਣੀ ਹੈ, ਕੋਈ ਹਨੇਰੀ ਨਹੀਂ ਆਣੀ, ਕੰਮ ਪਹਿਲਾਂ ਦੀ ਤਰ੍ਹਾਂ ਚੱਲਣਾ, ਪਰ ਤੁਹਾਡੇ ਸਹਿਯੋਗ ਦੀ ਹਨੇਰੀ ਆਣੀ ਚਾਹੀਦੀ। ਹਿਊਮਨ ਬੀਇੰਗ ਆ, ਉਹ ਵੀ ਬੰਦੇ ਆ, ਅਗਰ ਤੁਸੀਂ ਉਹਨਾਂ ਨੂੰ ਕੋਆਪਰੇਟ ਕਰੋਗੇ ਤਾਂ ਇਹ ਕੰਮ ਚੱਲੂਗਾ, ਠੀਕ ਹੈ। ਕਈ ਸ਼ਿਕਾਇਤਾਂ ਆ ਰਹੀਆਂ ਜੀ ਸਾਡੇ ਕੋਲ ਬੰਦਾ ਨਹੀਂ ਆ ਰਿਹਾ ਜੀ, ਪੁਰਾਣਾ ਬੰਦਾ ਕੂੜਾ ਚੱਕ ਨਹੀਂ ਰਿਹਾ ਜੀ, ਤੁਸੀਂ ਬੰਦੇ ਬੰਦ ਕਰਤੇ ਜੀ, ਕਿਉਂ ਬੰਦ ਕਰਤੇ ਜੀ, ਹੱਲ ਦੱਸੋ ਜੀ। ਵੇਟ ਕਰੋ ਯਾਰ, 70 ਸਾਲ ਦਾ ਕੰਮ ਚੱਲ ਰਿਹਾ, ਉਹਨੂੰ ਆਪਾਂ 7 ਦਿਨਾਂ 'ਚ ਕਨਵਰਟ ਨਹੀਂ ਕਰ ਸਕਦੇ, ਉਹ ਟਾਈਮ ਲੱਗਣਾ, ਥੋੜ੍ਹਾ ਜਿਹਾ ਟਾਈਮ ਦਿਓ ਸਾਨੂੰ। ਪੁਰਾਣੇ ਸਾਡੇ ਜਿਹੜੇ ਜਿੰਨੇ ਬੰਦੇ ਸਾਡੇ ਕੰਮ ਕਰ ਰਹੇ, ਸਾਡੇ ਪੱਕੇ ਮੁਲਾਜ਼ਮ ਆ, ਉਹ ਵੀ ਕੰਮ ਕਰਨਗੇ, ਉਹ ਸਿਰਫ ਸਫਾਈ ਦਾ ਕੰਮ ਕਰਨਗੇ ਉਹ, ਔਰ ਇਹ ਕੋਈ ਠੇਕਾ ਸਿਸਟਮ ਨਹੀਂ ਹੈ। ਕਈ ਲੋਕ ਪੁੱਛਦੇ ਕਿੰਨੇ ਦਾ ਠੇਕਾ ਦਿੱਤਾ ਜੀ, ਗਾਏ ਬਗਾਏ ਸਾਨੂੰ ਪੁੱਛਣ ਦੀ ਕੋਸ਼ਿਸ਼ ਕਰਦੇ। ਮੈਂ ਤੁਹਾਡੇ ਚੈਨਲ ਰਾਹੀਂ ਦੱਸ ਦਿੰਦਾ, ਕੋਈ ਠੇਕਾ ਨਹੀਂ ਹੈ। ਇਹ ਕੰਪਨੀ ਨੂੰ ਇਸ ਕਰਕੇ ਲਿਆਂਦਾ ਗਿਆ ਵੀ ਜਿੰਨਾ ਤੁਸੀਂ 100 ਰੁਪਈਆ, 50 ਰੁਪਈਏ, 20 ਰੁਪਈਏ ਜੋ ਵੀ ਤੁਸੀਂ ਪਹਿਲਾਂ ਸਾਡੇ ਸਫਾਈ ਸੇਵਕ ਨੂੰ ਦਿੰਦੇ ਸੀ, ਹੁਣ ਇਹਨਾਂ ਨੂੰ ਦੇ ਦਿਓ। ਔਰ ਇੱਕ ਮੈਟਰ ਹੋਰ ਉੱਠ ਰਿਹਾ ਜੀ ਵੀ ਉਹ ਇਹ ਸੰਗਰਾਂਦ ਵੀ ਲੈਣੀ ਸ਼ੁਰੂ ਕਰਤੀ, ਧਾਰਮਿਕ ਕੰਮਾਂ 'ਤੇ ਵੀ ਕਿਸੇ ਨੇ ਕੋਈ ਤੁਹਾਡੇ ਕੋਲ ਡਿਮਾਂਡ ਨਹੀਂ ਕਰੀ। ਇਟਸ ਯੂਰ, ਤੁਹਾਡੀ ਇੱਕ ਇੱਛਾ ਹੈ, ਤੁਹਾਡੀ ਵਿਲ ਹੈ। ਜੇਕਰ ਕੋਈ ਤੁਹਾਡੀ ਸੰਗਰਾਂਦ 'ਤੇ ਸਾਡੇ ਪੁਰਾਣੇ ਸਫਾਈ ਸੇਵਕ ਨੂੰ ਜਿਹੜਾ ਸਾਡਾ ਰੈਗੂਲਰ ਮੁਲਾਜ਼ਮ ਆ, ਸਾਡਾ ਮੁਲਾਜ਼ਮ ਆ, ਉਹ ਅਗਰ ਉਹਨੂੰ ਕੋਈ ਦੇ ਰਿਹਾ, ਸੰਗਰਾਂਦ ਦੇ ਰਿਹਾ, ਕੋਈ ਹੋਰ ਮੱਸਿਆ 'ਤੇ ਕੁਝ ਦੇ ਰਿਹਾ, ਕੋਈ ਧਾਰਮਿਕ ਫੰਕਸ਼ਨ 'ਤੇ ਕੁਝ ਦੇ ਰਿਹਾ, ਅਸੀਂ ਬੰਦ ਨਹੀਂ ਕਰ ਰਹੇ ਕਿਸੇ ਨੂੰ। ਨਾ ਸਾਡੀ ਕੋਈ ਮਨਸ਼ਾ ਵੀ ਲੋਕਾਂ ਕੋਲ ਪੈਸੇ ਲੈ ਕੇ ਤਾਂ ਕਿਤੇ ਭੇਜਣੇ ਆ। ਉਹ ਜਿਹੜੇ 37 ਬੰਦੇ ਇਹਨਾਂ ਨੂੰ ਅਸੀਂ ਦੇਣੇ ਆ,
ਦੂਜੇ ਪੈਸੇ ਸਾਡੇ ਕੋਲ ਕਿੱਥੋਂ ਆਉਣੇ ਵੀ ਜਿਹੜੀ ਪਲਾਸਟਿਕ ਨਿਕਲਦੀ ਸੀ ਅੱਗੇ ਚੋਅ ਤੇ ਚਲੀ ਜਾਂਦੀ ਸੀ ਡੰਪ ਤੇ, ਉਹ ਪਲਾਸਟਿਕ ਕੱਢ ਕੇ ਵੇਚਣਗੇ ਕਿਉਂਕਿ ਪਲਾਸਟਿਕ ਗਲਦੀ ਨਹੀਂ ਹੈ। ਇਸ ਕਰਕੇ ਇਸ ਤਰੀਕੇ ਨਾਲ ਕੂੜੇ ਦੇ ਢੇਰ ਘੱਟ ਹੋਣਗੇ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਵੀ ਹੈ, ਬੇਨਤੀ ਵੀ ਹੈ। ਤੁਹਾਡੇ ਚੈਨਲ 'ਤੇ ਮੈਂ ਪਹਿਲੀ ਵਾਰ ਬੋਲ ਰਿਹਾ, ਇਹ ਵੀ ਮੈਨੂੰ ਵਧੀਆ ਲੱਗ ਰਿਹਾ ਤੁਹਾਡੇ ਸਟੂਡੀਓ ਜਾ ਕੇ ਕਿ ਤੁਸੀਂ ਸਾਡਾ ਸਾਥ ਜ਼ਿਆਦਾ ਦਿਓਗੇ। ਵੀ ਸਵੇਰੇ ਗੱਡੀ ਦਾ ਆਉਣਾ, ਉਹਦਾ ਇੱਕ ਗਾਣਾ ਚੱਲਣਾ, ਤੁਹਾਡਾ ਕੂੜੇ ਦਾ ਬਾਹਰ ਆਉਣਾ, ਫਿਰ ਉਹ ਅਲੱਗ-ਅਲੱਗ ਹੋ ਕੇ ਸਾਡੇ ਉਹਦੇ ਚੀਜ਼ 'ਚ ਆਪਣੇ ਟੈਂਪੂ 'ਚ ਪੈਣਾ, ਫਿਰ ਉਸ ਟੈਂਪੂ ਨੂੰ ਡੰਪ 'ਤੇ ਲੈ ਕੇ ਜਾਣਾ, ਉੱਥੋਂ ਖਾਲੀ ਕਰਨਾ, ਇਸ ਤਰ੍ਹਾਂ ਕਰਨਾ। ਇਹ ਇੱਕ ਪ੍ਰੋਸੈਸ ਸਾਡੀ ਬਣ ਜਾਏ, ਤੁਸੀਂ ਵੀ ਰੈਗੂਲਰ ਹੋ ਜਾਓਗੇ, ਥੋੜ੍ਹੀ ਦੇਰ ਬਾਅਦ ਅਸੀਂ ਵੀ ਹੋ ਜਾਵਾਂਗੇ। ਬਾਕੀ ਸਮੱਸਿਆਵਾਂ ਤਾਂ ਆਉਂਦੀਆਂ ਰਹਿਣਗੀਆਂ। ਸਮੱਸਿਆਵਾਂ ਦੇ ਨਾਲ ਕੰਮ ਕਰਨਾ ਔਰ ਸਮੱਸਿਆ ਦੇ ਉੱਤੇ ਕੰਮ ਕਰਕੇ ਉਹ ਤੋਂ ਉੱਪਰ ਉੱਠਣਾ ਹੀ ਤਾਂ ਡਿਊਟੀ ਹੈ। ਇਹ ਤਾਂ ਆਉਂਦੀਆਂ ਰਹਿਣਗੀਆਂ, ਕੋਈ ਇੰਨਾ ਮਤਲਬ ਕਿ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਵੀ ਕੰਪਨੀ ਆ ਗਈ ਹੈ ਜੀ, ਰੌਲਾ ਪੈ ਗਿਆ। ਕੋਈ ਈਸਟ ਇੰਡੀਆ ਕੰਪਨੀ ਥੋੜ੍ਹੀ ਆ ਗਈ ਹੈ, ਉਹ ਤਾਂ ਆਮ ਰੂਟੀਨ ਦੀਆਂ ਗੱਲਾਂ ਆ। ਅੱਜ ਤੁਸੀਂ ਲਾਈਫ ਬੋਏ ਲਾਉਂਦੇ ਹੋ, ਕੱਲ੍ਹ ਨੂੰ ਲਿਰਨ ਲਾਣਾ ਸਟਾਰਟ ਕਰਤਾ, ਉਸ ਤੋਂ ਬਾਅਦ ਕੋਈ ਨਵੀਂ ਕੰਪਨੀ ਆ ਗਈ, ਤੁਸੀਂ ਉਹ ਸਾਬਣ ਸਟਾਰਟ ਕਰਤਾ। ਇਹ ਤਾਂ ਚੱਲੀ ਜਾਂਦਾ ਕੰਮ। ਜੇ ਪ੍ਰੋਡਕਟ ਬਦਲ ਸਕਦੇ ਹੈ ਤਾਂ ਕੀ ਕੰਮ ਕਰਨ ਦਾ ਸਟਾਈਲ ਨਹੀਂ ਬਦਲ ਸਕਦਾ? ਹਰ ਚੀਜ਼ 'ਚ ਆਟੋਮੇਸ਼ਨ ਆ ਗਈ ਹੈ। ਆਟੋਮਾਈਜੇਸ਼ਨ ਦੇਖੋ, ਪਹਿਲਾਂ ਕੱਪੜੇ ਹੱਥ ਨਾਲ ਧੋਂਦੇ ਸੀ, ਹੁਣ ਮਸ਼ੀਨਾਂ ਨਾਲ ਧੋਣ ਲੱਗ ਪਏ। ਠੀਕ ਹੈ ਜੀ। ਪਹਿਲਾਂ ਬਿਜਲੀ ਚੱਲ ਜਾਂਦੀ ਸੀ, ਬੰਦੇ ਬਿਜਲੀ ਉਡੀਕਦੇ ਸੀ, ਹੁਣ ਇਨਵਰਟਰ ਲੱਗ ਗਏ। ਹਰ ਕੰਮ 'ਚ ਆਪਾਂ ਆਟੋਮੈਟਿਕ ਹੋ ਗਏ, ਪਰ ਕੂੜੇ ਵਾਲੇ ਕੰਮ 'ਚ ਵੀ ਤਾਂ ਆਟੋਮੈਟਿਕ ਹੋ ਜਾਈਏ। ਇਹਦੇ 'ਚ ਕੋਈ ਬੇਸਿਕ ਥੋੜ੍ਹੀ ਚੱਲੀ ਜਾਣਾ ਵੀ ਉੱਦਾਂ ਹੀ ਚੱਲੀ ਜਾਏਗਾ। ਤਾਂ ਫਿਰ ਆਪਾਂ ਸੋਚੀਏ ਵੀ ਕੰਮ ਵੀ ਮਾਡਰਨਾਈਜੇਸ਼ਨ ਹੋਏ, ਕੂੜਾ ਲੱਭੇ ਵੀ ਨਾ, ਮੱਖੀ ਵੀ ਨਾ ਮਿਲੇ, ਪਰ ਮੈਂ ਛਿਲਕਾ ਉੱਦਾਂ ਹੀ ਸੁੱਟਣਾ ਪਹਿਲੇ ਤਰੀਕੇ ਵਾਂਗੂ। ਉਹ ਤਾਂ ਫਿਰ ਥੋੜ੍ਹਾ ਜਿਹਾ ਚੇਂਜ ਮੰਗਦਾ। ਗੱਲ ਤਾਂ ਉਹ ਆ ਵੀ ਆਪਾਂ ਦਿਲੋਂ ਕਰੀਏ ਕੰਮ, ਠੀਕ ਨਾ। ਜੇ ਸਾਡੇ ਘਰ ਸਬਜ਼ੀ ਵਾਲਾ ਆਉਂਦਾ, ਉਹਦੀ ਆਦਤ ਪਾਈ ਆ ਨਾ ਵੀ ਉਹਨੇ ਆਉਣਾ, ਉਹ ਤੋਂ ਲੈਣੀ ਹੈ। ਦੁੱਧ ਵਾਲੇ ਦੀ ਆਦਤ ਪਾਈ ਹੈ ਨਾ, ਉੱਤੇ ਉਹਨੇ ਆਉਣਾ। ਅਤੇ ਇੱਕ ਕੂੜੇ ਵਾਲੇ ਵੀ ਆਦਤ ਪਾ ਲਓ ਯਾਰ ਵੀ ਇਕੱਲਾ ਕੂੜਾ ਦੇਣਾ, ਠੀਕ ਨਾ। ਇੱਕ ਬੜਾ ਛੋਟਾ ਜਿਹਾ ਕੰਮ ਹੈ, ਪਰ ਤੁਹਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਨਾਲ ਇੱਕ ਬੜਾ ਵੱਡਾ ਕੰਮ ਹੋ ਸਕਦਾ ਹੈ। ਇੱਕ ਹੋਰ ਸਮੱਸਿਆ ਸਾਡੇ ਜਿਹੜੀ ਨਾ, ਲੋਕੀ ਘਰਾਂ 'ਚ ਘਰ ਬਣਾਉਂਦੇ ਆ ਅਤੇ ਘਰ ਤੋੜਦੇ ਆ, ਫਰਸ਼ ਤੋੜਦੇ ਆ। ਪੁਰਾਣਾ ਮਟੀਰੀਅਲ ਜਿਹੜਾ ਤਾਂ ਕੰਮ ਦਾ ਹੁੰਦਾ ਆਪਾਂ ਰੱਖ ਲੈਂਦੇ ਹਾਂ, ਬਾਕੀ ਵੇਸਟੇਜ ਆਪਾਂ ਗਲੀ 'ਚ ਲਾ ਦਿੰਦੇ ਹਾਂ। ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ, ਕਿਰਪਾ ਕਰਕੇ ਉਹ ਨੰਬਰ ਦੇ ਉੱਤੇ ਫ਼ੋਨ ਕਰ ਦਿਆ ਕਰੋ। ਵੈਸੇ ਤਾਂ ਜਦੋਂ ਅਸੀਂ ਨਕਸ਼ਾ ਪਾਸ ਕਰਦੇ ਉਹ 'ਚ ਲਿਖਿਆ ਹੁੰਦਾ ਇਟਸ ਡਿਊਟੀ, ਇਹ ਡਿਊਟੀ ਹੈ ਉਸ ਘਰ ਵਾਲੇ ਦੀ ਵੀ ਉਹ ਜਿਹੜਾ ਸੀਮੈਂਟ ਸਰੀਆ ਜੋ ਵੀ ਗੰਦ ਮੰਦ ਤੁਸੀਂ ਸੁੱਟਣਾ ਚਾਹੁੰਦੇ ਹੋ ਜਿਹੜਾ ਤੁਹਾਡੇ ਕੰਮ ਦਾ ਨਹੀਂ, ਉਹਨੂੰ ਕਿਸੇ ਟਿਕਾਣੇ ਲਾਈਏ, ਗਲੀਆਂ 'ਚ ਨਾ ਲਾਈਏ। ਗੁਆਂਢੀ ਨੂੰ ਕਹਿੰਦਾ ਨਹੀਂ, ਉਹ ਸਾਨੂੰ ਕਹਿੰਦਾ। ਉਹ ਕਹਿੰਦਾ ਮੈਂ ਇਹਨਾਂ ਨਾਲ ਨਹੀਂ ਵਿਗਾੜਨੀ, ਮੈਂ ਕਮੇਟੀ ਵਾਲਿਆਂ ਨੂੰ ਕਹਿ ਦਿੰਦਾ ਵੀ ਨਗਰ ਕੌਂਸਲ ਕੋਈ ਰਿਵਾਲਵਰ ਤਾਂ ਹੈ ਨਹੀਂ, ਉਹ ਵੀ ਤਾਂ ਉਸੇ ਬੰਦੇ ਨੂੰ ਕਹੂਗੀ। ਸੋ ਬੇਨਤੀ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ, ਅਗਰ ਕੋਈ ਤੁਹਾਡੇ ਘਰ ਕੋਈ ਫੰਕਸ਼ਨ ਹੁੰਦਾ ਹੈ, ਕੋਈ ਟੁੱਟ ਭੱਜ ਹੁੰਦੀ ਹੈ, ਕੁਝ ਵੀ ਜਿੱਥੋਂ ਕੂੜਾ ਜਨਰੇਟ ਹੁੰਦਾ ਕਿਸੇ ਤਰ੍ਹਾਂ ਦਾ, ਪੱਕਾ, ਕੱਚਾ, ਗਿੱਲਾ, ਸੁੱਕਾ, ਮੈਡੀਕਲ ਵੇਸਟ, ਬੜੇ ਤਰ੍ਹਾਂ ਦਾ ਕੂੜਾ, ਤੁਸੀਂ ਸਰਚ ਕਰਕੇ ਦੇਖ ਲਓ ਗੂਗਲ 'ਤੇ, YouTube 'ਤੇ ਦੇਖ ਲਓ, ਤੁਹਾਨੂੰ ਸਮਝ ਆ ਜਾਏਗੀ। ਕਿਰਪਾ ਕਰਕੇ ਸਾਨੂੰ ਦੱਸੋ। ਆਪਾਂ ਉਹ ਚੀਜ਼ ਨੂੰ ਐਵੇਂ ਹੀ ਸੁੱਟ ਕੇ ਆਪਾਂ ਇੱਕ ਝਗੜਾ ਵੀ ਕ੍ਰੀਏਟ ਕਰਦੇ ਹਾਂ, ਇੱਕ ਪੋਲੀਟਿਕਸ ਵੀ ਵਿੱਚ ਆ ਜਾਂਦੀ। ਫਿਰ ਉਸ ਵੇਲੇ ਇਸ ਬਹੁਤ ਸਾਰਾ ਸਿਸਟਮ ਬਣ ਜਾਂਦਾ। ਆਪਾਂ ਉਸ ਲੈਵਲ 'ਤੇ ਪਹੁੰਚੀਏ ਨਾ, ਨਹੀਂ ਪਹੁੰਚ ਹੁੰਦਾ, ਸਾਡੇ ਨਗਰ ਕੌਂਸਲ ਨੂੰ ਫੋਨ ਕਰ ਦਿਓ, ਸਾਡੇ ਇੰਸਪੈਕਟਰ ਸਾਹਿਬ ਨੂੰ ਤੁਹਾਡੇ ਥੱਲੇ ਨੰਬਰ ਦੇ ਦਾਂਗੇ, ਫੋਨ ਕਰ ਦਿਓ। ਉਹ ਤੁਹਾਡਾ ਜਿਹੜਾ ਸੀਮੈਂਟ ਹੈ ਜਾਂ ਕੋਈ ਜਿਹੜਾ ਕੰਮ ਦਾ ਨਹੀਂ ਹੈ ਉਹਨੂੰ ਚੱਕ ਕੇ ਆਪਾਂ ਟਰਾਲੀ 'ਤੇ ਲੈ ਜਾਵਾਂਗੇ, ਠੀਕ ਹੈ। ਅਗਰ ਤੁਹਾਨੂੰ ਉਹਦੇ ਲਈ 200-400 ਰੁਪਈਆ ਪੇਮੈਂਟ ਵੀ ਕਰਨੀ ਪੈਂਦੀ, ਕਰ ਦਿਓ। ਆਪਾਂ ਯਾਰ ਕਰੋੜਾਂ ਰੁਪਈਆ ਆਪਣੀ ਉਹ 'ਤੇ ਲਾਤਾ ਕੋਠੀ 'ਤੇ, ਤਾਂ 500-700 ਬਦਲੇ ਆਪਾਂ ਖੱਪ ਪਾ ਲਈ। ਲੱਗਦਾ ਨਹੀਂ ਹੈ, ਐਟੀਟਿਊਡ ਬਦਲਣਾ ਪਊਗਾ। ਜੇ ਐਟੀਟਿਊਡ ਨਹੀਂ ਚੇਂਜ ਹੋਊਗਾ ਤਾਂ ਫਿਰ ਰੂਲ ਆ ਜਾਣਗੇ। ਜਿੱਦਾਂ ਆਪਾਂ ਜੇ ਨਾ ਹੀ ਮੰਨੀਏ ਤਾਂ ਫਿਰ ਚੰਡੀਗੜ੍ਹ ਆਪਾਂ ਮੰਨ ਜਾਂਦੇ, ਜਾ ਕੇ ਉੱਥੇ ਸਾਰੇ ਬੁਲਟਾਂ ਪਾ ਲੈਂਦੇ ਹਾਂ, ਫਟਾਫਟ ਤਿਆਰ ਹੋ ਜਾਂਦੇ ਹਾਂ। ਸਾਨੂੰ ਲੱਗਦਾ ਵੀ ਆਪਾਂ ਲੰਘ ਗਏ ਖਰੜ, ਹੁਣ ਤਾਂ ਚੰਡੀਗੜ੍ਹ ਆਉਣ ਵਾਲਾ। ਇਸ ਕਰਕੇ ਆਪਣਾ ਐਟੀਟਿਊਡ ਪੱਕਾ ਬਣਾ ਲਈਏ, ਕਿਸੇ ਲਈ ਥੋੜ੍ਹੀ ਕੰਮ ਕਰਨਾ ਹੈ। ਆਪਣਾ ਦਸੂਆ ਯਾਰ, ਆਪਾਂ ਹੀ ਸਾਫ਼ ਰੱਖਣਾ। ਸੋ ਮੇਰੀ ਅਪੀਲ ਹੈ ਤੁਹਾਡੇ ਚੈਨਲ ਰਾਹੀਂ, ਔਰ ਤੁਹਾਡਾ ਥੈਂਕਸ ਵੀ ਹੈ। ਮੇਰੇ ਚੈਨਲ ਵਾਲੇ ਵੈਸੇ ਤਾਂ ਦੋਸਤ ਹੀ ਆ ਤੁਸੀਂ ਸਾਰੇ, ਪਰ ਹੁਣ ਤੁਸੀਂ ਬਿਲਕੁਲ ਆਫੀਸ਼ੀਅਲ ਸਾਡੀ ਇਹ ਇੰਟਰਵਿਊ ਲੈ ਰਹੇ ਆ ਮੇਲ ਚੈਨਲ। ਇਹ ਇਟ ਵਿਲ ਬੀ ਦਾ ਫਸਟ ਚੈਨਲ, ਔਰ ਇਹ ਰਹੇਗਾ ਵੀ ਫਸਟ। ਬੜੇ ਚਿਰ ਤੋਂ ਸਾਡੀ ਗੱਲਬਾਤ ਚੱਲ ਰਹੀ ਸੀ, ਚੈਨਲ 'ਚ ਆਏਗਾ ਦਸੂਏ 'ਚ, ਲੋਕਾਂ ਦੀ ਹਰ ਇੱਕ ਤਰ੍ਹਾਂ ਦੀ ਸਮੱਸਿਆ ਨਾਲ ਮਤਲਬ ਇਹ ਸਮਾਧਾਨ ਵੀ ਕਰੇਗਾ ਅਤੇ ਲੋਕਾਂ ਤੱਕ ਵਧੀਆ ਮੈਸੇਜ ਪਹੁੰਚਾਏ। ਥੈਂਕ ਯੂ ਵੈਰੀ ਮਚ। ਤੋ ਜੇਕਰ ਤੁਸੀਂ ਦਸੂਹਾ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੋਹਣਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਆਪ ਵੀ ਦੇਖੋ, ਆਪਣੇ ਪਰਿਵਾਰ ਨੂੰ ਦਿਖਾਓ ਤੇ ਹੋਰਾਂ ਨਾਲ ਵੀ ਸਾਂਝੀ ਕਰੋ ਤੇ ਜੁੜੇ ਰਹੋ ਪੰਜਾਬ ਪੰਜਾਬੀ ਦੇ ਨਾਲ। ਕੀ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ? ਕੈਨੇਡਾ, ਆਸਟ੍ਰੇਲੀਆ, UK ਜਾਂ USA ਅਪਲਾਈ ਕਰਨਾ ਚਾਹੁੰਦੇ ਹੋ?
ਟੂਰਿਸਟ ਵੀਜ਼ਾ, ਸਪਾਂਸਰ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਨਾ ਅਪਲਾਈ ਕਰਨਾ ਚਾਹੁੰਦੇ ਹੋ, ਅਸੀਂ ਤੁਹਾਡੀ ਵੀਜ਼ਾ ਲੈਣ ਵਿੱਚ ਮਦਦ ਕਰਾਂਗੇ ਤੇ ਤੁਹਾਡੇ ਸੁਪਨੇ ਨੂੰ ਕਰਾਂਗੇ ਸਾਕਾਰ। ਸਕਰੀਨ ਤੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਹਾ ਦੇ ਆਫਿਸ ਵਿੱਚ ਵਿਜ਼ਿਟ ਕਰ ਸਕਦੇ ਹੋ।